ਉਹ ਸੀ ਗੁਰੂ ਗ੍ਰੰਥ ਸਾਹਿਬ ਤੇ ਬੀੜ ਸਾਹਿਬ ਸੀ, ਬੜੇ ਗਲਤ ਤਰੀਕੇ ਦੇ ਨਾਲ ਉੱਥੇ ਡੰਪ ਕੀਤੇ ਨੇ ਸਥਾਨਕ ਲੋਕਾਂ ਨੇ ਜਾਂ ਗੌਰਮੈਂਟ ਨੇ। ਡੀਸੀ ਤੇ ਐਸਡੀਐਮ आप लेके के आवे, उन्हें आप टंप करवाए ने अपने और प्रेचम से डायरेक्ट उन्होंने इन्वॉल्वमेंट है। वो भी इन्होंने कहते ने रिजॉल्व कर लिया जाएगा, मगर जी संगत उत्थे भी कई वो कहते ने उत्थे सरकार ने दीवार खड़ी कर रहे हैं, हौली हौली एनकरोचमेंट उत्थे भी हो रही है। निहंग ਸਿੰਘਾਂ ਦੀ ਖੋਜ ਕਹੀ ਸੀ, ਉਹ ਵੇ ਪੰਜਾਬੀ ਮੱਠ ਯੈਸ, ਉਹ ਟੋਟਲੀ ਡਿਮੋਲਿਸ਼ ਕਰ ਦਿੱਤਾ ਹੋਇਆ ਹੈ। ਸਫੇਦ ਰੰਗ ਦੀ ਬਿਲਡਿੰਗ ਸੀ ਸਾਹਮਣੇ ਜਿਹੜੀ। ਇਹਨਾਂ ਨੇ ਕੀ ਕੀਤਾ ਹੈ, ਸਰਕਾਰ ਨੇ ਆਸ-ਪਾਸ ਦੀਆਂ ਬਿਲਡਿੰਗਾਂ ਇਹਨਾਂ ਨੇ ਢਾਹ ਦਿੱਤੀਆਂ ਜਿਹੜੀਆਂ ਪੁਰਾਣੀਆਂ ਸੀ। ਉੜੀਸਾ ਸਰਕਾਰ ਨੇ ਜਿਹੜਾ ਪਹਿਲੇ ਉੱਥੇ ਹੈ ਸੀ ਡੀਐਮ ਸੀ। ਸਕਾਈ ਨਿਊਜ਼ ਪੰਜਾਬ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਦੇਸ਼ ਗੁਲਾਮੀ ਦੀ ਜੰਜੀਰਾਂ ਤੋਂ ਜਦੋਂ ਮੁਕਤ ਹੋਇਆ ਤਾਂ 1947 ਦੇ ਵਿੱਚ ਦੇਸ਼ ਨੂੰ ਆਜ਼ਾਦੀ ਤਾਂ ਮਿਲੀ, ਪਰ ਉਹਦੇ ਨਾਲ ਹੀ ਇੱਕ ਕਾਲਾ ਵਰਕਾ ਵੀ ਜੁੜ ਗਿਆ ਕਿ ਦੇਸ਼ ਦੇ ਦੋ ਟੁਕੜੇ ਹੋ ਗਏ, ਜਿਨ੍ਹਾਂ 'ਚ ਜਿਹੜਾ ਦੇਸ਼ ਤਿੰਨ ਟੁਕੜੇ ਹੋ ਗਏ। ਵੈਸੇ ਤਾਂ ਹਿੰਦੁਸਤਾਨ ਦਾ ਹਿੰਦੁਸਤਾਨ ਰਿਹਾ, ਭਾਰਤ ਰਿਹਾ, ਉਸ 'ਚੋਂ ਪਾਕਿਸਤਾਨ ਨਿਕਲ ਗਿਆ ਅਤੇ ਬੰਗਲਾਦੇਸ਼ ਨਿਕਲ ਗਿਆ। ਪਾਕਿਸਤਾਨ ਦੇ ਤੌਰ 'ਤੇ ਦੋ ਟੁਕੜੇ ਹੋਏ ਸੀ, ਬਾਅਦ 'ਚ ਬੰਗਲਾਦੇਸ਼ ਆਜ਼ਾਦ ਹੋਇਆ ਲੜਾਈ ਤੋਂ ਬਾਅਦ। ਅਜਿਹੇ 'ਚ ਫਿਰ ਜੋ ਸਿੱਖਾਂ ਦੀ ਜਿਹੜੀ ਅਰਦਾਸ ਹੈ ਜਾਂ ਬਾਬਾ ਨਾਨਕ ਨਾਮਲੇਵਾ ਸੰਗਤ ਦੀ ਜੋ ਅਰਦਾਸ ਹੈ, ਉਹਦੇ 'ਚ ਇੱਕ ਤੁਕ ਜੋੜੀ ਗਈ ਕਿ ਆਖਰ ਦੇ ਵਿੱਚ ਸਿੱਖ ਜਿੱਥੇ ਵੀ ਦੁਨੀਆ ਭਰ 'ਚ ਇਹ ਅਰਦਾਸ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਵਿਛੜੇ ਗੁਰਧਾਮਾਂ ਦੇ ਦਰਸ਼ਨ ਇਸ਼ਨਾਨ, ਇਹ ਇੱਕ ਮੰਗ ਹੁੰਦੀ ਹੈ, ਜਿਹਦੀ ਤਹਿਤ ਹੀ ਆਪਾਂ ਅਕਸਰ ਨਨਕਾਣਾ ਸਾਹਿਬ ਜਾਂਦੇ ਹਾਂ, ਜਾਂ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਖੁੱਲ੍ਹਿਆ ਹੈ, ਜਾਂ ਹੋਰ ਜਿੰਨੇ ਵੀ ਪਾਕਿਸਤਾਨ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਦੀ ਤਾਂਘ ਰੱਖਦੇ ਹਾਂ ਕਿ ਸਾਨੂੰ ਉਹਨਾਂ ਦੇ ਦਰਸ਼ਨ ਇਸ਼ਨਾਨ ਜਿਹੜੇ ਨੇ ਉਹ ਨਸੀਬ ਹੋਣ। ਇੱਕ ਵਾਰ ਜ਼ਿੰਦਗੀ 'ਚ ਇੱਕ ਸਿੱਖ ਨੂੰ ਜ਼ਰੂਰ ਇਹ ਤਾਂਘ ਰਹਿੰਦੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਅਤੇ ਉਹ ਅਸਥਾਨ ਕਰਤਾਰਪੁਰ ਸਾਹਿਬ, ਜਿੱਥੇ ਉਹਨਾਂ ਨੇ ਆਖਰੀ ਪੰਧ ਜਿਹੜਾ ਆਪਣੀ ਜ਼ਿੰਦਗੀ ਦਾ ਇੱਕ ਕਰਮਸ਼ੀਲ ਵਜੋਂ ਖੇਤੀ ਕਰਦੇ ਹੋਏ ਜਿਹੜਾ ਉੱਥੇ ਬਿਤਾਇਆ ਹੈ, ਉੱਥੇ ਉਸ 'ਤੇ ਵੀ ਜਿਹੜੇ ਹੈਗੇ ਸਾਨੂੰ ਦਰਸ਼ਨ ਇਸ਼ਨਾਨ ਕਰਨ ਦਾ ਮੌਕਾ ਮਿਲੇ। ਇਹ ਜੋ ਆਪਾਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ, ਇਹਦਾ ਵਿਸ਼ਾ ਤਾਂ ਇਹ ਨਹੀਂ ਹੈ ਕਿ ਜਿਹੜੇ ਵਿਛੜੇ ਗੁਰਧਾਮ ਨੇ ਉਹਨਾਂ ਦੇ ਜੋ ਦਰਸ਼ਨ ਇਸ਼ਨਾਨ ਦੀ ਜੋ ਤਾਂਘ ਹੈ ਉਹ ਪੂਰੀ ਹੋ ਰਹੀ ਹੈ ਜਾਂ ਕਿੰਨੀ ਕੁ ਹੁੰਦੀ ਹੈ, ਕਿੰਨੀ ਕੁ ਨਹੀਂ ਹੁੰਦੀ, ਪਰ ਵਿਸ਼ਾ ਜਿਹੜਾ ਹੈਗਾ ਉਸ ਤੋਂ ਵੀ ਜ਼ਿਆਦਾ ਗੁੰਝਲਦਾਰ ਹੈ। ਕਿਉਂਕਿ ਆਜ਼ਾਦੀ ਜਦੋਂ ਭਾਰਤ ਨੂੰ ਮਿਲੀ ਤਾਂ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਨੇ ਸਿੱਖਾਂ ਦੇ ਅਸਥਾਨ ਨੇ। ਬਦਨਸੀਬੀ ਜਾਂ ਇੱਕ ਮੰਦੇ ਭਾਗਾਂ ਦੀ ਗੱਲ ਆਪਾਂ ਕਹਿ ਲਈਏ, ਉਹ ਇਹ ਹੈ ਕਿ ਸਿੱਖਾਂ ਨੂੰ ਇਸ ਆਜ਼ਾਦ ਮੁਲਕ ਦੇ ਅੰਦਰ ਵੀ ਆਪਣੇ ਜੋ ਗੁਰਧਾਮ ਨੇ, ਜੋ ਕਿ ਵਿਛੜੇ ਨਹੀਂ ਹੈਗੇ, ਜੋ ਕਿ ਪੋਲੀਟੀਕਲ ਜੋ ਬਾਰਡਰਸ ਨੇ ਉਹਨਾਂ ਦੇ ਘੇਰੇ ਵਿੱਚ ਨਹੀਂ ਆਉਂਦੇ, ਉੱਥੇ ਜਾਣ ਵਾਸਤੇ ਕੋਈ ਪਾਸਪੋਰਟ ਜਾਂ ਕਿਸੇ ਤਰ੍ਹਾਂ ਦੀ ਪ੍ਰਵਾਨਗੀ ਨਹੀਂ ਲੈਣੀ ਪੈਂਦੀ, ਪਰ ਉਹਨਾਂ ਦੇ ਜਿਹੜੀ ਹੈਗੀ ਉਹਨਾਂ ਵਾਸਤੇ ਵੀ ਲੜਾਈ ਲੜਨੀ ਪੈ ਰਹੀ ਹੈ। ਉਹਨਾਂ ਦੀ ਇਮਾਰਤਾਂ ਦੇ ਉੱਤੇ ਸੰਕਟ ਹੈ, ਬਹੁਤ ਸਾਰੀਆਂ ਢਾਹ ਦਿੱਤੀਆਂ ਗਈਆਂ ਨੇ, ਮਾਮਲਾ ਸੁਪਰੀਮ ਕੋਰਟ ਚੱਲ ਰਿਹਾ ਹੈ। ਇਸ ਪ੍ਰੋਗਰਾਮ 'ਚ ਸਾਡੇ ਨਾਲ ਬਣੇ ਹੋਏ ਨੇ ਐਡਵੋਕੇਟ ਬ੍ਰਿਜਿੰਦਰ ਸਿੰਘ ਲੂੰਬਾ ਸਾਹਿਬ। ਲੂੰਬਾ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੋ ਗੁਰਦੁਆਰਾ ਸਾਹਿਬਾਨ ਨੇ, ਇੱਕ ਜਿਹੜਾ ਸਿੱਕਮ ਦੇ ਵਿੱਚ ਜਿਹੜਾ ਹੈਗਾ ਗੁਰਦੁਆਰਾ ਡਾਂਗਮਾਰ ਸਾਹਿਬ, ਅਤੇ ਇੱਕ ਜਿਹੜਾ ਜਗਨਨਾਥਪੁਰੀ ਵਿਖੇ ਜਿਹੜਾ ਗੁਰਦੁਆਰਾ ਹੈਗਾ ਮੰਗੂ ਮੱਠ ਸਾਹਿਬ। ਇਹਨਾਂ ਦਾ ਕੇਸ ਜਿਹੜਾ ਸੁਪਰੀਮ ਕੋਰਟ 'ਚ ਲੜਿਆ ਜਾ ਰਿਹਾ ਹੈ, ਪਰ ਕਰੋਨਾ ਕਾਲ ਕਰਕੇ ਜਿਹੜੀ ਸੁਣਵਾਈਆਂ ਨਾ ਹੋਣ ਕਰਕੇ ਕੇਸ ਲੰਮਾ ਪਿਆ ਹੋਇਆ, ਲੰਮਾ ਪੈਂਦਾ ਜਾ ਰਿਹਾ, ਕੇਸ ਪੈਂਡਿੰਗ ਹੁੰਦਾ ਜਾ ਰਿਹਾ, ਅਤੇ ਉੱਥੇ ਜੋ ਕਾਰਵਾਈਆਂ ਉੱਥੋਂ ਦੀਆਂ ਸਰਕਾਰਾਂ ਜਾਂ ਜੋ ਕਰ ਰਹੀਆਂ ਨੇ ਉਹ ਵੀ ਬਾਦਸੂਰ ਜਾਰੀ ਨੇ, ਅਤੇ ਉਹਨਾਂ ਦੀ ਹੋਂਦ ਨੂੰ ਖਤਰਾ ਖੜਾ ਹੋਇਆ, ਖਾਸ ਕਰ ਮੰਗੂ ਮੱਠ, ਜਿੱਥੇ ਕਿ ਮੈਂ ਖੁਦ ਵੀ ਇੱਕ ਰਿਪੋਰਟਰ ਵਜੋਂ ਜਾ ਕੇ ਕੰਮ ਕਰਕੇ ਆਇਆ ਸੀ। ਪਹਿਲਾਂ ਦੱਸੋ ਜੀ, ਕੇਸ ਕਿਸ ਸਥਿਤੀ 'ਚ ਖੜੇ ਨੇ ਦੋਵੇਂ ਕੇਸ? ਇਹ ਸੀ 2019 4 ਨਵੰਬਰ 2019 ਨੂੰ ਇੱਕ ਸਪੈਸੀਫਿਕ ਡਾਇਰੈਕਸ਼ਨ ਦਿੱਤੀ ਸੀ ਜੀ, ਸਟੇਟਸ ਕਿਊ ਮੇਨਟੇਨ ਰੱਖਿਆ ਜਾਏ, ਜਿੰਨੇ ਪੁਰਾਣੇ ਸਟਰਕਚਰ ਹੈ ਉਹਨਾਂ ਨੂੰ ਡੈਮੇਜ ਨਾ ਕੀਤਾ ਜਾਏ। ਗੁਰਦੁਆਰਿਆਂ ਦੇ ਸਾਰੇ ਜਿੰਨੇ ਮੱਠ ਆਉਂਦੇ ਨੇ ਜੀ, ਸਾਰੇ ਆਉਂਦੇ ਹਾਂਜੀ ਆਸ ਪਾਸ, ਯਾਨੀ ਕਿ ਜਿਹੜੇ ਹੈਰੀਟੇਜ ਸਾਈਟ ਨੇ
ਉਹਨਾਂ 'ਚ ਮੰਗੂ ਮੱਠ ਵੀ ਆਉਂਦਾ ਹੈ ਜੀ। ਇਹਨਾਂ ਨੇ ਕੀ ਕੀਤਾ ਹੈ, ਸਰਕਾਰ ਨੇ ਆਸ-ਪਾਸ ਦੀਆਂ ਪਿੰਡਾਂ ਇਹਨਾਂ ਨੇ ਢਾਹ ਦਿੱਤੀਆਂ ਜਿਹੜੀਆਂ ਪੁਰਾਣੀਆਂ ਸੀ। ਉੜੀਸਾ ਸਰਕਾਰ ਨੇ ਜਿਹੜਾ ਪਹਿਲੇ ਉੱਥੇ ਹੈ ਸੀ DM ਸੀ ਜੀ। ਤੇ ਉਸ ਤੋਂ ਬਾਅਦ ਅਸੀਂ ਕੋਰਟ ਵਿੱਚ ਪਟੀਸ਼ਨ ਪਹਿਲੇ ਪਈ ਹੋਈ ਸੀ ਪ੍ਰੋਟੈਕਟ ਕਰਨ ਦੇ ਲਈ। ਕਾਫੀ ਲੰਬੀਆਂ ਡਾਇਰੈਕਸ਼ਨਸ ਉਹਨਾਂ ਨੇ ਦਿੱਤੀਆਂ ਨੇ, ਕਾਫੀ ਲੰਬੀ ਜੱਜਮੈਂਟ ਹੈ ਜੀ। ਆਨਰੇਬਲ ਜਸਟਿਸ ਅਰੁਣ ਮਿਸਰਾ ਤੇ ਬੈਂਚ ਨੇ ਦਿੱਤੀਆਂ ਸੀ ਜੀ। ਤੇ ਬਾਕੀ ਸਾਰੀਆਂ ਇਹਨਾਂ ਨੇ ਐਪਲੀਕੇਸ਼ਨਾਂ ਡਿਸਪੋਜ਼ ਆਫ ਕਰ ਦਿੱਤੀਆਂ। ਸਾਰੇ ਮਹੰਤਾਂ ਨੇ ਪਾਈਆਂ ਸੀ, ਉਹਨਾਂ ਨੇ ਐਲਾਨ ਨਹੀਂ ਕੀਤੀਆਂ ਜੀ। ਮਗਰ ਸਾਡੀ ਐਪਲੀਕੇਸ਼ਨ ਹੁਣ ਤੱਕ ਪੈਂਡਿੰਗ ਸੀ। 2020 ਨੂੰ ਲੱਗਣੀ ਸੀ, ਉਹ ਕਰੋਨਾ ਕਰਕੇ ਟੇਕ ਅਪ ਨਹੀਂ ਹੋ ਪਾ ਰਹੀ ਕਿਉਂਕਿ ਇਹ ਕੇਸ ਬੜਾ ਲੈਂਥੀ ਕੇਸ ਹੈ। ਇਹਦੇ 'ਚ ਐਪਲੀਕੈਂਟ ਪਾਰਟੀ ਇੰਟਰਵੀਨਰ ਕਾਫੀ ਜ਼ਿਆਦਾ ਨੇ ਜੀ। ਮੰਗੂ ਮੱਠ ਦਾ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜਿਹੜਾ ਹੈਗਾ ਸੰਬੰਧ ਹੈ, ਜੋ ਉੱਥੇ ਮਿਲਦਾ ਵੇਰਵਾ ਮਿਲਦਾ ਇਤਿਹਾਸ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜਿਹੜੇ ਨੇ ਉਹ ਉਦਾਸੀ ਕਰਦੇ ਹੋਏ ਜਿਹੜਾ ਉੱਥੇ ਗਏ ਸੀ, ਤਾਂ ਉੱਥੇ ਜਾ ਕੇ ਗਗਨ ਮੇ ਥਾਲ ਜਿਹੜੀ ਮਹਾਨ ਆਰਤੀ ਜਿਹੜੀ ਆ ਉੱਥੇ ਰਚੀ ਗਈ ਹੈ। ਤੇ ਉੱਥੇ ਫਿਰ ਉਹ ਮੱਠ ਜਿਹੜਾ ਹੈਗਾ ਗੁਰੂ ਨਾਨਕ ਸਾਹਿਬ ਦੇ ਮੌਜੂਦਗੀ, ਜਿੱਥੇ ਉਹਨਾਂ ਨੇ ਕਿਹਾ ਜਾਂਦਾ ਕਿ ਆਰਤਾ ਸਾਹਿਬ ਆਪਾਂ ਕਹਿੰਦੇ ਆ, ਆਰਤਾ ਸਾਹਿਬ ਦੀ ਜਿਹੜੀ ਰਚਨਾ ਕੀਤੀ ਹੈ, ਉੱਥੇ ਉਹ ਜਗ੍ਹਾ ਮੇਰੇ ਖਿਆਲ 'ਚ 4-5 ਹਜ਼ਾਰ ਗੱਜ ਜਗ੍ਹਾ ਜਿਹੜੀ ਆ ਬਿਲਕੁਲ ਜਗਨਨਾਥਪੁਰੀ ਟੈਂਪਲ ਦੇ ਸਾਹਮਣੇ ਵਾਲੀ ਜਗ੍ਹਾ ਜਿਹੜੀ ਉਸ 'ਚ ਮੱਠ ਸੀਗਾ, ਜਿਹੜਾ ਉਸ ਨੂੰ ਇਹਨਾਂ ਨੇ ਢਾਹ ਦਿੱਤਾ। ਮੀਨਵਾਈਲ ਜਦੋਂ ਤੱਕ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਲੜਦੇ ਰਹੇ ਹੋ, ਤੁਸੀਂ ਉੱਥੇ ਕੀ ਸੁਪਰੀਮ ਕੋਰਟ 'ਚ ਵੇਰਵਾ ਪੇਸ਼ ਕੀਤਾ ਕਿ ਕਿਉਂਕਿ ਸ਼੍ਰੋਮਣੀ ਕਮੇਟੀ ਤੱਕ ਉੱਥੇ ਜਾ ਕੇ ਕਹਿ ਆਈ ਸੀ ਕਿ ਸਾਡਾ ਕੋਈ ਸੰਬੰਧ ਨਹੀਂ, ਗੁਰੂ ਨਾਨਕ ਦੇਵ ਜੀ ਦਾ ਮੰਗੂ ਮੱਠ ਨਾਲ ਕੋਈ ਸੰਬੰਧ ਹੀ ਹੈ ਨਹੀਂ। ਹਾਂਜੀ, ਉਹ ਮੈਂ ਡਿਟੇਲ ਦੱਸਦਾ ਵਾਂ। ਅਸੀਂ ਇਹ ਕਿਹਾ ਸੀ ਸਟਰਕਚਰ ਨੂੰ ਪ੍ਰੀਜ਼ਰਵ ਕੀਤਾ ਜਾਏ ਕਿਉਂਕਿ ਸਟਰਕਚਰ ਪਹੁੰਚਾਉਣਾ ਬੜਾ ਜ਼ਰੂਰੀ ਸੀ। ਉਹ ਜਿਹੜਾ ਛੋਟਾ ਜਿਹਾ ਮੇਨ ਸਟਰਕਚਰ ਹੈ ਉਹ ਇੰਟੈਕਟ ਹੈ, ਦੇਵ ਸਥਲੀ ਕਹਿੰਦੇ ਨੇ ਜਿਹਨੂੰ ਉਹ ਜੀ। ਉਹਦੀਆਂ ਪਿਕਚਰ ਵੀ ਮੈਂ ਸ਼ੇਅਰ ਕੀਤੀਆਂ ਸੀ। ਮਗਰ ਅਨਫੋਰਚੂਨੇਟਲੀ ਜਿਹੜਾ ਮਹੰਤ ਨੇ ਇਨਕਰੋਚਮੈਂਟ ਕੀਤੀ ਹੈ, ਉਹਨੇ ਉੱਥੇ ਮੂਰਤੀਆਂ ਰੱਖ ਦਿੱਤੀਆਂ ਨੇ। ਗੁਰੂ ਗ੍ਰੰਥ ਸਾਹਿਬ ਰਿਮੂਵ ਕਰਕੇ 1983 'ਚ ਇਹ ਕੰਮ ਕੀਤਾ ਗਿਆ ਸੀ। ਉਹ ਮਹੰਤ ਕੋਈ ਲੋਕਲ ਨਹੀਂ ਆ, ਮਹੰਤ ਹੈ ਯੂਪੀ ਦਾ ਗਰੁੱਪ ਹੈ, ਯੂਪੀ ਦਾ ਤੇ ਪੰਜਾਬ ਦਾ ਮਹੰਤ ਹੈ। ਜਿਹੜੇ ਲੋਕਲ ਨੇ ਮੰਦਰ ਕਮੇਟੀ ਵਾਲੇ, ਉਹਨਾਂ ਨੂੰ ਕੋਈ ਓਬਜੈਕਸ਼ਨ ਨਹੀਂ ਹੈ। ਉਹ ਕਹਿ ਰਹੇ ਨੇ ਹਾਂ ਤੁਹਾਡਾ ਥਾਂ ਹੈ, ਸਾਨੂੰ ਕੋਈ ਨਹੀਂ ਹੈ। ਮਗਰ ਉਸ ਤੋਂ ਬਾਅਦ ਸਾਡੇ ਨੈਕਸਟ ਸਟੈਪ ਸੀ ਮਹੰਤ ਨੂੰ ਹਟਾ ਕੇ ਉੱਥੇ ਮਰਿਆਦਾ ਬਹਾਲ ਕੀਤੀ ਜਾਏ। ਮੀਨ ਟਾਈਮ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਟੇਕ ਅਪ ਕਰ ਲਿਆ। ਉਹਨਾਂ ਨੇ ਕਿਹਾ ਇਹ ਕੇਸ ਹੁਣ ਸਬ ਕਮੇਟੀ ਲੜੇਗੀ। ਇਹਦੇ 'ਚ ਇੱਕੋ ਪਟੀਸ਼ਨਰ ਨੇ ਅਜਮੇਰ ਸਿੰਘ ਰੰਧਾਵਾ। ਇਹਨਾਂ ਨੇ ਕਿਹਾ ਨਹੀਂ ਅਸੀਂ ਵੀ ਪਟੀਸ਼ਨਰ ਬਣਾਂਗੇ। ਉਹਦੇ 'ਚ ਇਹ ਅਜਮੇਰ ਸਿੰਘ ਰੰਧਾਵਾ ਜੋ ਦਿੱਲੀ ਵਾਲੇ ਨੇ ਹੋਰ ਕੋਈ ਪਟੀਸ਼ਨਰ ਨਹੀਂ ਹੈ। ਇਹਦੇ 'ਚ ਟੈਕਨੈਲਿਟੀ ਹੈ ਕਿਉਂਕਿ ਸੁਪਰੀਮ ਕੋਰਟ 'ਚ ਕੋਈ ਵੀ ਐਪਲੀਕੇਸ਼ਨ ਤੇ ਹਰ ਹਾਈ ਕੋਰਟ 'ਚ ਸਿਰਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇੱਕੋ ਇੱਕ ਹਾਈ ਕੋਰਟ ਹੈ। ਉੱਥੇ ਐਫੀਡੇਵਿਟ ਨਹੀਂ ਦੇਣਾ ਪੈਂਦਾ, ਲੈਚੀ 'ਚ ਨਹੀਂ ਨਾ। ਇਸ ਕਰਕੇ ਇਹਨਾਂ ਦਾ ਜਿਹੜਾ ਕਾਜ਼ ਆਫ ਐਕਸ਼ਨ ਸੀ, ਇਹਨਾਂ ਨੂੰ ਸੁਣਦੇ ਲੈਣ ਕੇ ਮਗਰ ਜਿਹੜਾ ਆਰਡਰ ਕਰਨਾ ਔਖਾ ਸੀ ਕਿਉਂਕਿ ਇਹ ਇੱਕ ਇੰਸਟੀਟਿਊਸ਼ਨ ਨੇ। ਇਹਨਾਂ ਉੱਤੇ ਇਹ ਸਵਾਲ ਚੁੱਕਿਆ ਜਾਣਾ ਸੀ ਤੁਸੀਂ 37 ਸਾਲ ਤੱਕ ਕੀ ਕੀਤਾ ਹੈ। ਕੋਈ ਵੀ ਕਮੇਟੀ ਹੋਏ, ਭਾਵੇਂ ਦਿੱਲੀ ਕਮੇਟੀ ਹੋਏ, ਇਹ ਹੋਏ। ਤੇ ਸਬ ਕਮੇਟੀ ਦੀ ਮੀਟਿੰਗ ਵਿੱਚ ਮੈਂ ਇਹੋ ਪ੍ਰਪੋਜ਼ਲ ਦਿੱਤਾ ਸੀ। ਇਹਨਾਂ ਨੇ ਰੈਜ਼ੋਲੂਸ਼ਨ ਵੀ ਪਾਸ ਕੀਤਾ ਸੀ ਮਰਿਆਦਾ ਬਹਾਲ ਕਰਨ ਦੇ ਲਈ ਕੀਤਾ ਜਾਏ। ਉਸ ਤੋਂ ਇਲਾਵਾ ਮੰਗੂ ਮੱਠ ਦੇ ਨਾਂ 'ਤੇ ਲੈਂਡ ਕਾਫੀ ਹੈ ਜਿਹਦੀ ਕੀਮਤ ਅਰਬਾਂ ਰੁਪਏ ਹੈ। ਕਰੋੜਾ ਕੀ ਅਰਬਾਂ 'ਚ ਕੱਢ ਲਓ। ਇੱਕ ਤੇ ਮੈਂ ਕੈਲਕੂਲੇਟ ਕੀਤੀ ਹੈ, ਮਾਰਕੀਟ ਵੈਲਿਊ ਅਰਾਊਂਡ 70 ਕਰੋੜ ਹੈ, 70 ਕਰੋੜ ਹੈ। ਹੋਰ ਵੀ ਨੇ। ਤੇ ਇਹਨਾਂ ਨੂੰ ਮੈਂ ਕਿਹਾ ਸੀ ਕੱਲ੍ਹ ਨੂੰ ਸੁਪਰੀਮ ਕੋਰਟ ਸਾਨੂੰ ਰੈਫਰ ਕਰਤੀ ਉੜੀਸਾ ਹਾਈ ਕੋਰਟ। ਹਾਂਜੀ, ਉਹਨਾਂ ਨੇ ਕਿਹਾ ਸੀ ਖਰਚਾ ਅਸੀਂ ਚੁੱਕਾਂਗੇ। ਤੇ ਮੈਂ ਕਿਹਾ ਸੀ ਠੀਕ ਹੈ, ਇੱਕੋ ਵਾਰੀ ਤੁਸੀਂ ਜੋ ਫੰਡ ਨੇ ਕਰ ਦਿਓ।
जिन्ने खर्च होणगे ठीक है, चढ़े भज के तुसी वापस अपने जड़ा है वे अपनी और ट्रेजरी ਉਹਦੇ 'ਚ ਤੁਸੀਂ ਤੁਹਾਡੇ ਕੋਲ ਵਾਪਸ ਆ ਜਾਣਗੇ, ਕਿਉਂਕਿ ਜੇ ਟਰਾਇਲ ਕੋਰਟ 'ਚ ਕੇ ਉੱਥੇ ਬੋਰਡ ਬੈਠਦਾ ਵੇ ਉਹਦੀ ਕੋਰਟ ਫੀਸ ਵੀ ਦੇਣੀ ਪਏਗੀ, ਜੋ ਜੇ ਸਿਵਲ ਕੋਰਟ 'ਚ ਕੇ ਉਹਦਾ 7% ਦੇਣਾ ਪੈਂਦਾ ਹੈ। ਇਹ ਮੰਨ ਕੇ ਮਗਰ ਅਨਫੋਰਚੂਨੇਟਲੀ ਉੱਥੇ ਦਿੱਲੀ ਕਮੇਟੀ ਵਾਲਿਆਂ ਨੇ ਅਪੋਜ਼ ਕੀਤਾ ਸੀ, जबकि इन्होंने आप उत्थे टूर करके आए ने, इन्होंने कुछ नहीं किया। फिर श्रोमणी कमेटी ने अपने खर्चे ते, मैं बिल्कुल सच्ची गल कह रहा वां, उत्थों तक जोड़े प्रोजैक्ट हैड ने उन्हें बॉबी दास उन्होंने नाल मीटिंग अरेंज हुई है, काफ़ी कॉर्डियल माहौल ही चली है, काफ़ी वधिया मीटिंग चली है, जिहदे च लोकल कमेटी सी रोड किला कमेटी, सिंह सभा कमेटी भुवनेश्वर की, सिख बोर्ड, इन्ना सारिया ने मिल के गए सी। काफ़ी कोर्टियल माहौल मीटिंग हुई सी ते उन्हें बॉबी दास ने एक गल कही सी, कहता देखो केस है सुप्रीम कोर्ट च, तुसी उत्थे कर दो, जो भी होएगा जिथों तक होएगा असीं कोऑपरेट करन नूं तैयार हाँ। उन्नी तैनूं करोना का जड़ा इशू है बड़ा इंडिया च फैल गया, कोर्ट ने भी टेकअप नहीं किता ते केस उत्थे तां उत्थे उलझिया वे। हुण श्रोमणी कमेटी ने शुक्रवार नूं मीटिंग रखी है, मगर सब कमेटी ने इस शुक्रवार मगर और इन्होंने अजमेर सिंह रंधावा नूं नहीं बुलाते, मैनू कॉल इन्होंने किया सी, मेरी ये मजबूरी है क्योंकि फैमिली मैंबर का हार्ट का मैडिकल टेस्ट की अपॉइंटमेंट फिक्स हुई सी, वो भी काफ़ी औखी मिली सी, तो मैं इन्होंने कह दिता सी। नाले दूसरी गल ये मीटिंग सवाए एक दूसरे के उत्ते किचड़ सुट्टन की बजाए ये देखन असी करना की है, इहदा सल्यूशन की है। एक दूसरे दियां लत्तां खिचनियां, असी अपना वकील करांगे, असी अपना करांगे, फिर सब कमेटी का जिहड़ा परपज है वो खत्म हो जाता है। फिर करन फिर ऑन मैरिट ठीक है कर लैन, सानू कोई असी तां भी इन्हां नूं नो ऑब्जैक्शन दांगे। जिस तरह टांगमा साहब इन्हों ने ऑब्जैक्ट किया वे, असी इन्हों पूरा मौका दांगे, वो काम असी नहीं करांगे। हुण केस इन्हां दी चढ़ी इनडिसिजिवनेस है, इनसेंसिटिवनेस है, और करके इन्हों ने भी नहीं किया। दूसरा कोविड करके केस फस गया है। हुण जदों नॉर्मलाइज होएगा, जिस तरह होर वड्डे केस सुप्रीम कोर्ट च पेंडिंग ने, ये केस तो मेरे ख्याल इस सेंचुरी का बिगेस्ट केस है हुण तक का, क्योंकि ये पार्टियां काफ़ी ने तो सारिया इन्होंने डिसमिस कीतियां ने, सिर्फ एक एप्लीकेशन साडी अजमेर सिंह रंधावा की स्टैंड कर रही है। जी, असी गुरुद्वारा मंगू मठ साहब की गल की है, जो कि गुरु नानक देव जी नाल संबंधित अस्थान है, जिथे कि आरता साहब का जिहड़ा उच्चारण जिहड़ा हैगा गुरु साहब ने कीता सी जी। तो मैं जिवें कि दस्सिया कि मैनूं भी उत्थे जाके काम करन दा मौका मिलिया बतौर एक पत्रकार। उड़ीसा दे विच दसंबर 2019 की गल है, मेरे सामने ही वो बुलडोजर उत्थे चलिया सी ते साडे नाल भी पुलिस ने काफ़ी धक्का मुक्की कीती सी। कोई भी हुण जिहड़ा हैगा कार्यशील सिख जिहड़ा परिवार उत्थे नहीं है। एक दिल्ली तो गए ने, उन्होंने गुरुद्वारा आरता साहब समुंदर के कंढे के उत्ते बनाया है, उन्होंने अपना एक ट्रस्ट है जिहदे एजुकेशन भी है। या भाई एक 5 प्यारिਆਂ चों एक प्यारे सीगे जिहड़े उत्थों सी, शायद भाई जीवन सिंह जी नहीं वो भाई हिम्मत सिंह माफ़ करना, जो कि जगन्नाथपुरी तो खालसा पंथ की साजना वेले 1699 की विसाखी नूं आनंदपुर साहब की धरती ते आए सी। ते गुरु साहब ने जदों 5 सीस मंगे सी तां भाई हिम्मत सिंह भी जिहड़े हैगे ने उत्थों आंदे ने, ते वो स्थान है सिखां दा। ये संबंध मंगू जगन्नाथपुरी नाल है, जिथे कि मंगू मठ नूं बहुत करोड़ी जमीन है, जो कि गुरुद्वारा जो टैंपल है, मेन धाम है जगन्नाथपुरी, वो बिल्कुल सामने है, उन्होंने ढह ढेरी कर दिता गया है। एक देवस्थली के नाम के उत्ते 10 बाय 10 का कमरा है, उस दे विच भी मूर्ति स्थापना कर दी गई सी। पर साडे कोल वेरवे मैनूं भी हासिल हो गए सी कि उहदे च कुछ साल पहला तक गुरु ग्रंथ साहब का प्रकाश रहा है।
ਇਸੇ ਤਰ੍ਹਾਂ ਉੱਥੇ ਇੱਕ ਗੁਰੂ ਤੇਗ ਬਹਾਦਰ ਸਾਹਿਬ 9ਵੀਂ ਪਾਤਸ਼ਾਹੀ ਸਾਹਿਬ ਨਾਲ ਸੰਬੰਧਿਤ ਇੱਕ ਅਸਥਾਨ ਵੀ ਹੈ, ਜਿੱਥੇ ਕਿ ਉਹਨਾਂ ਵੱਲੋਂ ਉੱਥੇ ਖੁਦਵਾਇਆ ਗਿਆ ਖੂਹ ਵੀ ਹੈ ਸਮੁੰਦਰ ਦੇ ਕੰਢੇ ਦੇ ਉੱਤੇ। ਉਹ ਗੁਰਦੁਆਰਾ ਸਾਹਿਬ ਹੈ, ਪਰ ਉਸ ਖੂਹ ਦਾ ਪਾਣੀ ਸਮੁੰਦਰ ਦਾ ਕੰਢਾ ਹੋਣ ਦੇ ਬਾਵਜੂਦ ਵੀ ਹੁਣ ਵੀ ਮਿੱਠਾ ਹੈ, ਤੇ ਉਹ ਖੂਹ ਤੱਕ ਪੌੜੀਆਂ ਜਿਹੜੀਆਂ ਜਾਂਦੀਆਂ ਨੇ, ਤੇ ਉਹਦਾ ਕਬਜ਼ਾ ਜਿਹੜਾ ਹੈਗਾ ਉਹ ਸਿੱਖਾਂ ਨੂੰ ਮਿਲ ਚੁੱਕਾ ਹੈ। ਉੱਥੇ ਇੱਕ ਛੋਟੀ ਜਿਹੀ ਸਰਾਂ ਵੀ ਬਣਾਈ ਗਈ ਹੈ, ਹਾਲਾਂਕਿ ਉਹਦੇ ਵਿੱਚ ਹੀ ਜਿਹੜਾ ਇੱਕ ਮਹੰਤ ਬੈਠਾ ਸੀ ਉਸ ਨੂੰ ਕੰਪਨਸੇਟ ਕੀਤਾ ਹੋਇਆ ਹੈ। ਇਸੇ ਤਰ੍ਹਾਂ ਇਹ ਵੀ ਵੇਰਵਾ ਮਿਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਨਿਹੰਗਾਂ ਦੀ ਪੂਰੀ ਛਾਉਣੀ ਜਿਹੜੀ ਹੈਗੀ ਆ ਉੱਥੇ ਬੈਠੀ ਆ। ਉਸ ਨਾਲ ਸੰਬੰਧਿਤ ਇੱਕ ਬਹੁਤ ਵੱਡੀ ਇਮਾਰਤ ਜਿਹੜੀ ਹੈਗੀ ਆ ਉਹ ਵੀ ਮੁੱਖ ਦੁਆਰ ਦੇ ਸਾਹਮਣੇ ਜਗਨਨਾਥਪੁਰੀ ਟੈਂਪਲ ਦੇ ਉੱਥੇ ਮੌਜੂਦ ਹੈ, ਤੇ ਜਿਨ੍ਹਾਂ ਸਾਰੀਆਂ ਨੂੰ ਖਤਰਾ ਬਣਿਆ ਹੋਇਆ ਹੈ। ਤੇ ਵੇਰਵਾ ਇਹ ਵੀ ਮਿਲਦਾ ਹੈ ਕਿ 2019 ਦੇ ਵਿੱਚ ਨਵੰਬਰ ਦੇ ਵਿੱਚ ਆ, ਜਦੋਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਜਾਣਾ ਉੱਥੇ ਸ਼ੁਰੂ ਕੀਤਾ ਹੈ, ਪਤਾ ਨਹੀਂ ਕਿਸ ਗੱਲ ਦੇ ਪ੍ਰਭਾਵ 'ਚ ਉੱਥੋਂ ਦੇ ਲੋਕਲ ਕੁਝ ਹੋਟਲ ਕਾਰੋਬਾਰੀ ਨੇ, ਸਿੱਖ ਨੇ ਜੋ, ਪਰ ਉਹ ਜਿਹੜਾ ਕਿਸੇ ਤਰ੍ਹਾਂ ਦੀ ਰਾਜਨੀਤੀ ਉੱਥੇ ਪਲੇ ਕਰ ਰਹੇ ਨੇ ਕਿ ਇਹ ਬਿਆਨ ਜਿਹੜਾ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਕਿਤੇ ਕਹਿ ਦਿੱਤਾ ਸੀ ਕਿ ਮੰਗੂ ਮੱਠ ਨਾਲ ਗੁਰੂ ਨਾਨਕ ਸਾਹਿਬ ਦਾ ਜਿਹੜਾ ਹੈਗਾ ਕੋਈ ਸੰਬੰਧ ਨਹੀਂ ਹੈ। ਜਦੋਂ ਇਹ ਪੱਲਾ ਝਾੜ ਲਿਆ ਗਿਆ ਤਾਂ ਅਗਲੇ ਦਿਨ ਹੀ ਉੱਥੇ ਬਲਡੋਜ਼ਰ ਚੱਲ ਪਈ ਸੀ, ਬਾਵਜੂਦ ਇਸ ਦੇ ਕਿ ਸੁਪਰੀਮ ਕੋਰਟ ਨੇ ਉੱਥੇ ਇੱਕ ਵੱਡੀ ਸਟੇ ਲਾਈ ਹੋਈ ਸੀ ਕਿ ਹੈਰੀਟੇਜ ਬਿਲਡਿੰਗਸ ਨੂੰ ਜਿਹੜਾ ਹੈਗਾ ਟੱਚ ਨਹੀਂ ਕਰਨਾ ਜਦੋਂ ਤੱਕ ਸੁਪਰੀਮ ਕੋਰਟ ਇਸ ਕੇਸ ਦਾ ਫੈਸਲਾ ਨਹੀਂ ਕਰ ਦਿੰਦੀ। ਪਰ ਮੰਗੂ ਮੱਠ ਦਾ ਉਹ ਸਾਰਾ ਏਰੀਆ ਜਿਹੜਾ ਬੁਰੀ ਤਰ੍ਹਾਂ ਢਾਇਆ ਜਾ ਚੁੱਕਾ ਹੈ। ਗੁਰਦੁਆਰਾ ਡਾਂਗਮਾਰ ਸਾਹਿਬ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸਾਂਝੀ ਕਰੋ, ਕਿਉਂਕਿ ਆਪਾਂ ਉਹ ਗੁਰਧਾਮਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਆਜ਼ਾਦ ਭਾਰਤ ਦੇ ਵਿੱਚ ਨੇ, ਪਰ ਉਹਨਾਂ ਦੀ ਹੋਂਦ ਦੀ ਲੜਾਈ ਸਿੱਖਾਂ ਨੂੰ ਲੜਨੀ ਪੈ ਰਹੀ ਹੈ ਸਿੱਕਮ ਦੇ ਵਿੱਚ। ਮੰਗੂ ਮੱਠ ਦੇ ਬਾਰੇ 'ਚ ਤੇ ਨਾਲ ਰਿਲੇਟਿਡ ਗੁਰਦੁਆਰਾ ਜਿਹੜਾ ਤੁਸੀਂ ਜ਼ਿਕਰ ਕੀਤਾ ਨਿਹੰਗ ਸਿੰਘਾਂ ਦੀ ਖੋਜ 'ਚ ਕਹੀ ਸੀ, ਉਹ ਹੈ ਪੰਜਾਬੀ ਮੱਠ। ਯੈਸ, ਉਹ ਟੋਟਲੀ ਡਿਮੋਲਿਸ਼ ਕਰ ਦਿੱਤਾ ਹੋਇਆ ਵਾ। ਸਫੇਦ ਰੰਗ ਦੀ ਬਿਲਡਿੰਗ ਸੀ ਸਾਹਮਣੇ ਜਿਹੜੀ। ਤੇ ਬਾਕੀ ਜਿੱਥੋਂ ਤੱਕ ਗੱਲ ਹੈ ਉਹਨਾਂ ਦੀ ਲੋਕਲ ਕਮੇਟੀ ਵਾਲਿਆਂ ਦੀ, ਮੇਰੇ ਜਾਣ ਦੇ ਨਾਲ ਉੱਥੇ 3 ਕਮੇਟੀਆਂ ਨੇ। ਇੱਕ ਹੈ ਸਿੱਖ ਪ੍ਰਤੀਨਿਧੀ ਬੋਰਡ, ਜਿਹੜੇ ਪ੍ਰਧਾਨ ਸਤਪਾਲ ਸਿੰਘ ਪਾਲੀ, ਪਾਲ ਹਾਈਟ ਵਾਲੇ ਹੋਟਲ ਕਾਰੋਬਾਰੀ ਨੇ ਉੱਥੋਂ ਦੇ। ਦੂਸਰੇ ਨੇ ਇਹ ਕੀ ਕਹਿੰਦੇ ਨੇ ਰੋਡ ਕਿਲਾ ਕਮੇਟੀ ਵਾਲੇ ਬਲਦੇਵ ਸਿੰਘ ਜੀ। ਤੀਸਰੇ ਨੇ ਹਿੰਮਤ ਸਿੰਘ ਟਰਸਟ ਤੇ ਜਗਜੀਤ ਸਿੰਘ ਜੀ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਇੱਕ ਆਪਣਾ। ਉਹ ਉਹਨਾਂ ਤੇ ਸਾਨੀ ਲਾ ਨੇ ਬਣਾਇਆ ਕ੍ਰੀਏਟ। ਜਿਹੜਾ ਅਸਲੀ ਆਤਿਸ਼ ਸਾਹਿਬ ਹੈ ਉਹਦੇ ਬਾਰੇ 'ਚ ਵੀ ਡਿਸਪਿਊਟ ਸ੍ਰੀ ਅਕਾਲ ਤਖਤ ਸਾਹਿਬ ਜਾ ਚੁੱਕਾ ਵੇ। ਆਤਿਸ਼ ਸਾਹਿਬ 2 ਨੇ ਉੱਥੇ, ਇੱਕ ਅਸਲੀ ਹੈ, ਤੇ ਇਹ ਚਾਰੋਂ ਨੇ। ਮੈਂ ਇਹਨਾਂ ਕਮੇਟੀ ਤਿੰਨਾਂ ਦੀ ਮੈਂ ਤਾਰੀਫ ਕਰਨਾ ਚਾਹੁੰਦਾ ਵਾਂ। ਇਹਨਾਂ ਨੇ ਸਾਡੇ ਨਾਲ ਕੋਈ ਕਲੈਸ਼ ਨਹੀਂ ਕੀਤਾ, ਕੋਈ ਸਾਨੂੰ ਕੰਟਰਾਡਿਕਟ ਨਹੀਂ ਕੀਤਾ। ਸਾਡੇ ਨਾਲ ਕਿਸੇ ਨੇ, ਪਾਲੀ ਸਾਹਿਬ ਨੇ ਵੀ ਸਾਡੇ ਨਾਲ ਕੋਆਪਰੇਟ ਕਾਫੀ ਕੀਤਾ ਹੋਇਆ, ਥੋੜਾ ਨਹੀਂ ਕੀਤਾ, ਕਾਫੀ ਕੀਤਾ ਹੋਇਆ। ਐਕੋਮੋਡੇਸ਼ਨ ਬਾਕੀ ਅਪਾਇੰਟਮੈਂਟ ਵੇਲੇ ਉਹ ਆਪ ਨਹੀਂ ਕਹੇ, ਕਿਉਂਕਿ ਉਹ ਬੜੇ ਬਜ਼ੁਰਗ ਨੇ। ਉਹਨਾਂ ਦੇ ਵੱਲੋਂ ਇਹ ਕੇਸ ਸੀ ਕਲਸੀ ਸਾਹਿਬ, ਤੇ ਰੋਡ ਕਿਲਾ ਕਮੇਟੀ ਵੱਲੋਂ ਕੇਸ ਸੀ ਬਲਦੇਵ ਸਿੰਘ ਜੀ ਤੇ ਜਗਜੀਤ ਸਿੰਘ ਜੀ, ਤੇ ਉਹ ਦੂਸਰਾ ਜਿਹੜਾ ਹੈਵੇ ਉਹਦੇ ਵੱਲੋਂ ਜਗਦੀਪ ਸਿੰਘ ਜੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਤੇ ਅਸਿਸਟੈਂਟ ਸੈਕਟਰੀ ਸੀ ਤੇ ਰੂਪ ਸਿੰਘ ਜੀ ਉਸ ਵਕਤ ਉਹ ਮੈਂਬਰ ਸਨ। ਯਾਨੀ ਕਿ ਇੱਕ ਟੀਮ ਵਰਕ ਬਣਾ ਕੇ ਗਏ ਨੇ, ਮੈਨੂੰ ਬੜਾ ਵਧੀਆ ਲੱਗਾ ਸੀ ਜੀ। ਪਰ ਬਾਅਦ 'ਚ ਖਲਾਰਾ ਪੈ ਗਿਆ ਨਾ, ਬਾਅਦ ਵਿੱਚ ਖਲਾਰਾ ਪੈ ਗਿਆ। ਮਗਰ ਉੜੀਸਾ ਦੀਆਂ ਕਮੇਟੀਆਂ ਨੇ ਅੱਜ ਇੱਥੋਂ ਤੱਕ ਕਿ ਉੱਥੋਂ ਦੇ ਇੱਕ ਹਿੰਦੂ ਨੇ ਅਨਿਲ ਧੀਰ, ਜੋ ਕਿ ਹਿਸਟੋਰੀਅਨ ਨੇ, ਉਹ ਵੀ ਸਹਿਯੋਗ ਕਰਦੇ ਨੇ ਇਸ 'ਚ। ਨਹੀਂ, ਉਹਨਾਂ ਦਾ ਹੁਣ ਕੋਈ ਰੋਲ ਨਹੀਂ ਹੈ। ਨਹੀਂ, ਬਟ ਉਹ ਇੱਕ ਹਿਸਟੋਰੀਕਲ ਇੱਕ ਰੈਫਰੈਂਸ ਤਾਂ ਦੇਣ ਵਾਲਾ ਬੰਦਾ ਹੈ ਨਾ, ਜੋ ਕਿ ਉੱਥੋਂ ਦਾ ਰਿਨਾਊਂਡ ਜਿਹੜਾ ਹਿਸਟੋਰੀਅਨ ਹੈ। ਹਾਂਜੀ, ਉਹ ਵੀ ਮੈਂ ਦੱਸਦਾ ਵਾਂ। ਉਹਨਾਂ ਤੇ ਆਪਣੇ ਸਰਕਾਰੀ ਮੈਨੂਅਲ ਵਿੱਚ ਮੰਗੂ ਮੱਠ ਦੇ ਵੱਲੋਂ ਬੜਾ ਵਧੀਆ ਰੈਫਰੈਂਸ ਹੈ। ਇਹਦੇ ਬਾਵਜੂਦ ਉੱਥੋਂ ਦੀ ਸਰਕਾਰ ਇਹ ਡੈਮੋਲੀਸ਼ਨ ਕਰਦੀ, ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਤੇ ਇਹਦੇ ਵਿੱਚ ਜਿਹੜੀ ਕਮੇਟੀ ਨੇ, ਤਿੰਨੋਂ ਕਮੇਟੀਆਂ, ਉਹ ਹੁਣ ਵੀ ਕੋਆਪਰੇਟ ਕਰਨ ਨੂੰ ਤਿਆਰ ਨੇ। ਮਗਰ ਪ੍ਰੋਬਲਮ ਇਹ ਆ ਗਈ ਹੈ, ਜਿਹੜੇ ਵੱਡੀ ਇੰਸਟੀਟਿਊਸ਼ਨ ਹੈ SGPC ਦਿੱਲੀ ਕਮੇਟੀ, ਉਹਨਾਂ ਦਾ ਕੰਮ ਹੋ ਗਿਆ ਵੇ ਇੱਕ ਬਿਊਰੋਕਰੇਸੀ ਵਰਗਾ, ਪੈਂਟਿੰਗ ਕਰਨਾ, ਕੋਈ ਪ੍ਰੋਪਰ ਡਿਸੀਜਨ ਨਹੀਂ ਲੈਣਾ। ਇਸ ਕਰਕੇ ਉਹ ਪੈਂਟਿੰਗ ਹੈ, ਜਿੰਨੀ ਦੇਰ ਤੱਕ ਇਕੱਠੇ ਹੋ ਕੇ ਨਹੀਂ ਕਰਨਗੇ ਉਨੀ ਦੇਰ ਤੱਕ ਸਲਿਊਸ਼ਨ ਨਹੀਂ ਮਿਲਣ ਲੱਗਾ। ਬਾਕੀ ਜਿੱਥੋਂ ਤੱਕ ਲੋਕਲ ਕਮੇਟੀ ਦਾ ਸਵਾਲ ਹੈ, ਠੀਕ ਹੈ, ਆਪਸ ਵਿੱਚ ਡਿਸਪਿਊਟ ਉਹ ਕਰਦੇ ਨੇ, ਮਗਰ ਇਹ 'ਚ ਲਾਇਰ ਮੈਂ ਉੱਥੇ ਗਿਆ ਵਾਂ, ਕੇਸ ਵੀ ਕੀਤਾ ਵੇ। ਤਿੰਨੋਂ ਕਮੇਟੀਆਂ ਨੇ ਕਦੀ ਸਾਨੂੰ ਅਪੋਜ਼ ਨਹੀਂ ਕੀਤਾ।
ਜੀ ਮੈਂ ਜਾਂਦੇ ਜਾਂਦੇ ਥੋੜਾ ਵੇਰਵਾ ਗੁਰਦੁਆਰਾ ਡਾਂਗਮਾਰ ਸਾਹਿਬ ਦਾ ਵੀ ਲੈਣਾ ਚਾਹਾਂਗਾ, ਉੱਥੇ ਕੀ ਸਮੱਸਿਆ ਹੈ? ਉੱਥੇ ਇਹ ਸਮੱਸਿਆ ਵੇ 2 ਅਗਸਤ 2017 ਨੂੰ ਜੀ ਗੁਰੂ ਗ੍ਰੰਥ ਸਾਹਿਬ ਉੱਧਰੋਂ ਫੌਸੀ ਪਲੀ ਜ਼ਬਰਦਸਤੀ ਰਿਮੂਵ ਕਰਕੇ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਚੁੰਗ ਟੈਂਕ, ਜਿਹਨੂੰ ਨਾਨਕ ਲਾਮਾ ਕਹਿੰਦੇ ਨੇ, ਉਹਦੇ ਪਾਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਉਹ ਸੀ, ਗੁਰੂ ਗ੍ਰੰਥ ਸਾਹਿਬ ਦੇ ਬੀੜ ਸਾਹਿਬ ਸੀ, ਬੜੇ ਗਲਤ ਤਰੀਕੇ ਦੇ ਨਾਲ ਉੱਥੇ ਡੰਪ ਕੀਤੇ ਨੇ। ਸਥਾਨਕ ਲੋਕਾਂ ਨੇ ਜਾਂ ਗੌਰਮੈਂਟ ਨੇ ਸਥਾਨ ਲੋਕਾਂ ਤੇ ਕਹਿਣ ਉੱਤੇ ਉੱਥੋਂ ਦਾ ਡੀਸੀ ਸਿੱਕਮ ਸਰਕਾਰ ਨੇ, ਹਾਂਜੀ, ਡੀਸੀ ਤੇ ਐਸਡੀਐਮ ਆਪ ਲੈ ਕੇ ਕਿਹਾ ਵੇ, ਉਹਨੇ ਆਪ ਡੰਪ ਕਰਵਾਏ ਨੇ ਆਪਣੇ, ਉਹਦੀ ਪ੍ਰੈਜ਼ੈਂਸ ਹੈ, ਡਾਇਰੈਕਟ ਉਹਨਾਂ ਦੀ ਇਨਵੋਲਵਮੈਂਟ ਹੈ ਜੀ। ਜੇ ਅਸੀਂ ਕਹੀਏ ਨਹੀਂ, ਹੁਣ ਉਹਨਾਂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਨਹੀਂ ਲੋਕਲ ਪੌਦਿਆਂ ਦਾ ਹੱਥ ਹੈ, ਮਗਰ ਉਹ ਕਰਦੇ ਰਹੇ ਨੇ। ਇਸ ਤੋਂ ਇਲਾਵਾ ਉਸ ਤੋਂ ਪਹਿਲੇ ਵੀ ਇਹ ਕਰਦੇ ਰਹੇ ਨੇ, ਬਕਾਇਦਾ ਇਹਨਾਂ ਨੇ ਜਿਹੜੀ ਰਿਪਲਾਈ ਦਿੱਤੀ ਹੈ ਉਹਦੇ 'ਚ DDR ਹੈ, ਅਸੀਂ ਨੀਲਾਮ ਗੁਰਦੁਆਰੇ ਦਾ ਸਮਾਨ ਕੀਤਾ ਹੋਇਆ। ਨੀਲਾਮ ਕਿਹੜਾ ਕੀਤਾ ਹੋਇਆ? ਉੱਥੇ ਸਟਰਕਚਰ ਜਿਹੜੇ ਪਵਿੱਤਰ ਸ਼ਸਤਰ ਸੀ, ਆਰਟੀਕਲ ਸਨ ਪਵਿੱਤਰ, ਕਹਿੰਦੇ ਅਸੀਂ ਇੰਨੇ 'ਚ ਅਸੀਂ ਨੀਲਾਮ ਇਹਨਾਂ ਨੇ ਕੀਤਾ, ਲੋਕਲ ਥਾਣੇ 'ਚ DDR ਹੈ। ਤੇ ਉਸ ਵਕਤ ਚੜੀਆਂ ਨੈਰੈਸਟ ਜਾਂ ਨਾਰਥ ਈਸਟ ਦੀ ਦੇ ਵਿੱਚ ਇੱਕ ਕਮੇਟੀ, ਨਾਰਥ ਈਸਟ ਗੁਰਦੁਆਰਾ ਬੋਰਡ ਜੀ, ਉਹਨੇ ਨਾਰਥ ਈਸਟ ਸਟੇਟਾਂ ਕਾਫੀ ਦੂਰ ਨੇ ਜੀ। ਸਿਲੀਗੁੜੀ ਕਮੇਟੀ ਦੀ ਉਦੋਂ ਡਿਊਟੀ ਬਣਦੀ ਸੀ, ਇਹ ਲੋਕ ਉਦੋਂ ਟੇਕ ਅਪ ਕਰਦੇ ਆ ਜੀ। ਜਿਹੜਾ ਗੁਰਦੁਆਰਾ ਚੁੰਗ ਟੈਂਕ ਹੈ ਉਹ ਬਾਬਾ ਯਦਵਿੰਦਰ ਸਿੰਘ ਜੀ ਦੇ ਕੋਲ ਹੈ ਜੀ, ਤੇ ਉਹਦੇ ਵੱਲੋਂ ਵੀ ਡਿਸਪਿਊਟ ਕੋਰਟ ਵਿੱਚ ਕੇਸ ਵੱਖਰਾ ਚੱਲ ਪਿਆ ਹੈ, ਉਹਨੂੰ ਇਹਨਾਂ ਨੇ ਇਲੀਗਲ ਡਿਕਲੇਅਰ ਕੀਤਾ ਸੀ ਜੀ। ਉਹ ਵੀ ਇਹਨਾਂ ਨੇ ਕਹਿੰਦੇ ਨੇ ਰਿਜ਼ੋਲਵ ਕਰ ਲਿਆ ਜਾਏਗਾ, ਮਗਰ ਜਿਹੜੀ ਸੰਗਤ ਉੱਥੇ ਵੀ ਕਈ ਉਹ ਕਹਿੰਦੇ ਨੇ ਉੱਥੇ ਸਰਕਾਰ ਨੇ ਦੀਵਾਰ ਖੜੀ ਕਰ ਰਹੇ ਨੇ, ਹੌਲੀ ਐਨਕਰੋਚਮੈਂਟ ਉੱਥੇ ਵੀ ਹੋ ਰਹੀ ਹੈ ਜੀ। ਤੇ ਡਾਂਗਮਾਰ ਸਾਹਿਬ ਵਿੱਚ ਉਸ ਤੋਂ ਬਾਅਦ ਜਦੋਂ ਰੌਲਾ ਬੜਾ ਪਿਆ, ਸਿੱਖ ਸੰਗਤ ਵਿੱਚ ਗੁੱਸਾ ਬੜਾ ਫੈਲਿਆ ਹੋਇਆ ਜੀ, ਤੇ ਅਸੀਂ ਵੀ ਟੇਕ ਅਪ ਕੀਤਾ ਹੋਇਆ। ਇਹਨਾਂ ਨੇ ਰੰਧਾਵਾ ਸਾਹਿਬ ਨੇ ਹਿਸਟੋਰੀਕਲ ਐਵੀਡੈਂਸ ਕਾਫੀ ਇਕੱਠਾ ਕੀਤਾ ਸੀ ਜੀ। ਮੀਨ ਟਾਈਮ ਉੱਥੇ ਇਹਨਾਂ ਨੇ ਸਿਲੀਗੁੜੀ ਕਮੇਟੀ ਨੇ ਪਟੀਸ਼ਨ ਫਾਈਲ ਕੀਤੀ ਹੈ, ਜਿਹੜੀ ਡਿਵੀਜ਼ਨ ਬੈਂਚ ਦੀ ਬਜਾਏ ਸਿੰਗਲ ਜੱਜ ਕੋਲ ਕੀਤੀ ਹੈ ਜੀ। ਇਹ ਕਾਫੀ ਇੱਥੇ ਟੈਕਨੈਲਿਟੀ 'ਚ ਇਨਵੋਲਵ ਨੇ ਜੀ। ਉਸ ਤੋਂ ਬਾਅਦ ਰੰਧਾਵਾ ਸਾਹਿਬ ਨੇ ਇਨ ਪਰਸਨ ਪਟੀਸ਼ਨ ਕੀਤੀ ਹੈ ਇਹਨਾਂ ਦੀ, ਉੱਥੇ ਡਿਸਪਿਊਟ ਹੋਇਆ ਹੋਵੇ ਬੀਇੰਗ ਓਲਡ ਪਰਸਨ, ਜੋ ਉਹਨਾਂ ਨੇ ਮੈਨੂੰ ਕਿਹਾ ਹੋਵੇ ਉਹਨਾਂ ਦੇ ਨਾਲ ਬੜੀ ਬਦਸਲੂਕੀ ਕਮੇਟੀ ਵਾਲਿਆਂ ਨੇ ਕੀਤੀ ਹੈ ਜੀ। ਉਸ ਤੋਂ ਬਾਅਦ ਕਾਫੀ ਉਹ ਉਦਾਸ ਸਨ, ਫਿਰ ਮੈਂ ਕਿਹਾ ਕੋਈ ਨਹੀਂ ਰੰਧਾਵਾ ਸਾਹਿਬ, ਇੱਕ ਮੈਂ HA ਕੌਂਸਲ ਅਪੀਅਰ ਹੁੰਦਾ ਵਾਂ ਜੀ, ਮੈਂ ਅਪੀਅਰ ਹੋਇਆ ਵਾਂ, ਉਹਦੇ 'ਚ ਐਪਲੀਕੇਸ਼ਨ ਕੋਈ ਵੀ ਨੋਨ ਲੀਗਲ ਪਰਸਨ ਗਲਤੀ ਕਰ ਜਾਂਦਾ ਹੈ, ਈਵਨ ਲੀਗਲ ਪਰਸਨ ਕਈ ਵਾਰੀ ਗਲਤੀ ਕਰ ਜਾਂਦੇ ਨੇ। ਪ੍ਰੇਅਰ ਵਿੱਚ ਇੱਕ ਲਾਈਨ ਨਹੀਂ ਸੀ ਕਿ ਟੂ ਬੀ ਇਨ ਪਲੀਟਿਡ ਐਚ ਪਾਰਟੀ, ਮਗਰ ਸਿਲੀਗੁੜੀ ਕਮੇਟੀ ਤੇ ਪਟੀਸ਼ਨ ਫਾਈਲ ਕਰਨ ਤੋਂ ਪਹਿਲੇ ਸੁਪਰੀਮ ਕੋਰਟ ਵਿੱਚ ਅੰਮ੍ਰਿਤਪਾਲ ਸਿੰਘ ਤੇ ਅਜਮੇਰ ਸਿੰਘ ਰੰਧਾਵਾ ਨੇ ਆਲਰੇਡੀ ਪਟੀਸ਼ਨ ਫਾਈਲ ਕਰਕੇ ਡਾਇਰੈਕਸ਼ਨ ਲੈ ਲਈ ਸੀ ਜੀ, ਇਹ ਉੱਥੇ ਇਨਪਲੀਟ ਤੁਸੀਂ ਹੋ ਜਾਓ, ਕਲੀਅਰ ਸੁਪਰੀਮ ਕੋਰਟ ਦੇ ਡਾਇਰੈਕਸ਼ਨ ਨੇ ਜੀ। ਇਹਨਾਂ ਨੇ ਕਮੇਟੀਆਂ ਨੇ ਇਹ ਨਹੀਂ ਦੇਖਿਆ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਨੇ, ਇਹਨਾਂ ਨੇ ਆਪਣੀ ਡੋਮੀਨੇਸ਼ਨ ਰੱਖਣ ਦੇ ਲਈ ਪ੍ਰੈਸ ਰਾਈਟ 'ਚ ਸਾਨੂੰ ਕਰਨਾ ਸ਼ੁਰੂ ਕਰ ਦਿੱਤਾ, ਅਸੀਂ ਹਿਸਟਰੀ 'ਚ ਨਹੀਂ ਜਾਣਾ, ਅਸੀਂ ਇਹ ਨਹੀਂ ਕਰਨਾ, ਇਹ ਸਿੰਪਲ ਹੈ। ਇਹ ਮੰਗਦੇ ਪਏ ਨੇ ਟਾਈਟਲ, ਰਿਟ 'ਚ ਕਦੀ ਟਾਈਟਲ ਨਹੀਂ ਮੰਗੀ ਤਾਂ ਗਲਤੀਆਂ ਇਹਨਾਂ ਕੋਲ ਹੋਈਆਂ ਨੇ। ਫਿਰ ਅਸੀਂ ਪਾਇਆ ਸੀ ਜੁਡੀਸ਼ੀਅਲ ਇਨਕੁਆਇਰੀ ਕੀਤੀ ਜਾਏ, ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉੱਥੇ ਡੰਪ ਕਰਕੇ ਆਏ ਨੇ, ਔਰ ਉਹਨਾਂ ਨੇ ਲਿਖ ਕੇ ਦਿੱਤਾ ਵੇ ਸਾਨੂੰ ਬੇਅਦਬੀ ਉੱਤੇ ਕੋਈ ਇਨਕੁਆਇਰੀ ਨਹੀਂ ਚਾਹੀਦੀ। ਓਕੇ, ਜਦੋਂ ਇਹਨਾਂ ਨੇ ਸਾਡੀ ਐਪਲੀਕੇਸ਼ਨ ਨੂੰ ਪੋਚ ਕੀਤੀ ਹੈ, ਕਹਿੰਦੇ ਇਹਦੇ ਨਾਲ ਕੇਸ ਖਰਾਬ ਹੋਏਗਾ, ਉਹਨਾਂ ਨੂੰ ਸਿਰਫ ਮਤਲਬ ਹੈ ਉੱਥੇ ਕਬਜ਼ਾ ਲੈਣ ਤੱਕ ਹੈ। ਉਹ ਵੀ ਬਿਸਟ ਸਾਹਿਬ ਸੀ ਚੀਫ ਜਸਟਿਸ ਜੀ,
ਉਹਨਾਂ ਨੇ ਕਿਹਾ ਸੀ ਤੁਹਾਡੀ ਮੈਂਟੇਬਿਲਿਟੀ ਨਹੀਂ ਹੈ, ਤੁਸੀਂ ਦੇਖੋ ਮੈਂਟੇਬਿਲਿਟੀ ਬਣਦੀ ਹੈ ਜਾਂ ਨਹੀਂ। ਇਹਨਾਂ ਨੇ ਕਿਹਾ ਨਹੀਂ ਸਾਡੀ ਪਟੀਸ਼ਨ ਠੀਕ ਹੈ। ਕਹਿੰਦਾ ਕੀ ਇੰਪੋਰਟੈਂਸ ਹੈ? ਜੱਜ ਸਾਹਿਬ ਨੇ ਪੁੱਛਿਆ ਗੁਰੂ ਟਾਂਗਮਾਰ ਸਾਹਿਬ ਦੀ, ਕਹਿੰਦੇ ਅਸੀਂ ਹਿਸਟਰੀ 'ਚ ਨਹੀਂ ਜਾਣਾ। ਉਹਨਾਂ ਨੇ ਵਰਬਲੀ ਇਹ ਕਿਹਾ ਸੀ ਫਿਰ ਹਿਸਟੋਰੀਕਲ ਨਹੀਂ ਹੈ, ਸਰਕਾਰ ਤੁਹਾਨੂੰ ਕਿਧਰੇ ਹੋਰ ਦਿੰਦੀ ਹੈ, ਆਪਣੇ ਫੰਡ ਤੇ ਫਿਰ ਲੈ ਲਓ ਤੁਸੀਂ। ਜੇ ਹਿਸਟਰੀ ਨੂੰ ਤੁਸੀਂ ਨਹੀਂ ਮੰਨਦੇ ਤਾਂ ਨਹੀਂ ਮੰਨਦੇ ਹੋ ਤੇ ਕਿਧਰੇ ਹੋਰ ਵੀ ਤੁਸੀਂ ਲੈ ਸਕਦੇ ਹੋ। ਇਹ ਕਹਿੰਦੇ ਇਹਨਾਂ ਤੇ ਵਕੀਲ ਨਹੀਂ ਸਾਨੂੰ ਟਾਈਮ ਤੋਂ, ਜੱਜ ਸਾਹਿਬ ਇਹਨਾਂ ਨੂੰ 2 ਦਿਨ ਤੋਂ ਵੱਧ ਦਾ ਟਾਈਮ ਨਹੀਂ ਸੀ ਦੇ ਰਹੇ। ਫਿਰ ਮੈਂ ਖੜਾ ਹੋ ਕੇ ਐਡਜਰਨ ਕਰਵਾਇਆ ਵੇ। ਉਸ ਤੋਂ ਬਾਅਦ ਤਾਂ ਅੱਜ 2019 ਤੋਂ 2021 ਹੋ ਗਿਆ, 2 ਸਾਲ ਦੇ ਵਿੱਚ ਇਹਨਾਂ ਨੇ ਮੈਂਟੇਬਿਲਿਟੀ ਉੱਤੇ ਤਰੀਕਾ ਲੈ ਰਹੇ ਨੇ ਜੀ। ਉਸ ਤੋਂ ਬਾਅਦ ਇਹਨਾਂ ਨੇ ਅਮਰਜੀਤ ਸਿੰਘ ਚੰਦੋਕ ਇੰਗੇਜ ਕੀਤੇ ਨੇ, ਸੀਨੀਅਰ ਲਾਇਰ ਜੀ ਦਿੱਲੀ ਹਾਈ ਕੋਰਟ ਦੇ। ਉਹ ਵੀ ਇਹਨਾਂ ਨੇ ਕੋਈ ਸੀਨੀਅਰ ਵਕੀਲ ਅਵਾਇਡ ਇੰਡਾਇਰੈਕਟਲੀ ਕਰ ਰਿਹਾ ਸੀ ਇਸ ਕੇਸ ਵਿੱਚ ਜਾਣ ਤੋਂ। ਹੁਣ ਉਹਨਾਂ ਨੇ ਲੈਟਰ ਦਿੱਤਾ ਵੇ, ਸਰਕਾਰ ਨੇ ਆਫਰ ਦਿੱਤੀ ਹੈ ਕੰਪਰੋਮਾਈਜ਼ ਦੇ ਲਈ, ਮਗਰ ਉਹ ਵੀ ਉਹਨਾਂ ਨੇ ਆਪਣੀਆਂ ਟਰਮਸ ਦੇ ਉੱਤੇ ਕਰ ਰਹੇ ਨੇ ਇਲੀਗਲ ਡਿਕਲੇਅਰ ਕਰਕੇ ਗੁਰਦੁਆਰਾ ਸਾਹਿਬ ਨੂੰ। ਔਰ ਮੈਂ ਰਿਪਲਾਈ 3 ਦਿਨ ਦੇ ਵਿੱਚ ਸਰਕਾਰ ਨੂੰ ਭੇਜ ਦਿੱਤੀ ਸੀ। ਮੈਂ ਕਿਹਾ ਸੀ ਯੂਨੀਅਨ ਆਫ ਇੰਡੀਆ ਨੂੰ ਵੀ ਵਿੱਚ ਲਵੋ, ਕਿਉਂਕਿ ਜਿਹੜਾ ਪਹਿਲੇ ਆਰਮੀ ਦੇ ਕੋਲ ਕੰਟਰੋਲ ਸੀ ਗੁਰਦੁਆਰੇ, ਤਾਂ ਆਰਮੀ ਤੋਂ ਆਇਆ ਹੋਵੇ ਸਿੱਕਮ ਸਰਕਾਰ ਦੇ ਕੋਲ, ਸਿੱਕਮ ਸਰਕਾਰ ਨੇ ਕਨਵਰਟ ਕੀਤਾ ਹੈ। ਆਰਮੀ ਯੂਨੀਅਨ ਆਫ ਇੰਡੀਆ ਦੇ ਥੱਲੇ ਹੈ। ਜਿੰਨੀ ਦੇਰ ਤੱਕ ਉਹਨਾਂ ਨੂੰ ਨਹੀਂ ਲੈਂਦੇ ਕੋਈ ਵੀ ਸਲਿਊਸ਼ਨ ਹੋਏਗਾ ਉਹ ਇਨਕਨਕਲੂਸਿਵ ਹੋਏਗਾ। ਮੈਂ ਲੈਟਰ ਬੜਾ ਡਿਟੇਲ ਵਿੱਚ ਭੇਜਿਆ ਸੀ ਰੰਧਾਵਾ ਸਾਹਿਬ ਦੇ ਵੱਲੋਂ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਤੇ ਇੱਕ ਪੁਆਇੰਟ ਮੈਂ ਦਿੱਤਾ ਸੀ, ਫੋਰੈਸਟ ਵੀ ਉਹਦੇ ਥੱਲੇ ਆਉਂਦਾ ਹੋਵੇ। ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸਿਲੀਗੁੜੀ ਕਮੇਟੀ ਤੇ ਹੋਰ ਵੀ ਕਮੇਟੀਆਂ ਨੇ ਅਸੀਂ ਵੀ ਕੰਪਰੋਮਾਈਜ਼ ਕਰਨਾ ਹੋਵੇ, ਲੈਟਰ ਭੇਜਣਾ ਹੋਵੇ। ਤੇ ਜੱਜ ਨੇ ਕਿਹਾ ਠੀਕ ਹੈ ਭੇਜ ਦੇਣਾ। 4 ਮਈ ਤਰੀਕ ਫਿਕਸ ਹੋਈ ਸੀ, ਕੋਵਿਡ ਕਰਕੇ ਕੋਟਾ ਬੰਦ ਹੋ ਗਿਆ ਤੇ ਹੁਣ ਇਹ ਨਹੀਂ ਪਤਾ ਇਹਨਾਂ ਨੇ ਲੈਟਰ ਭੇਜਿਆ ਜਾਂ ਨਹੀਂ ਭੇਜਿਆ ਜੀ। ਅਸੀਂ ਗੱਲਬਾਤ ਕੀਤੀ ਹੈ ਕਿ ਭਾਰਤ ਦੇ ਵਿੱਚ ਦੂਜੇ ਰਾਜਾਂ ਦੇ ਵਿੱਚ ਸਥਿਤ ਜੋ ਸਿੱਖਾਂ ਦੇ ਧਾਰਮਿਕ ਸਥਾਨ ਨੇ ਉਹਨਾਂ ਦੀ ਜੋ ਸਥਿਤੀ ਕੀ ਹੈ, ਉਹਨਾਂ ਨਾਲ ਜੁੜੇ ਜੋ ਇਸ ਵਕਤ ਵਿਵਾਦ ਚੱਲਦੇ ਨੇ, ਅਦਾਲਤੀ ਵਿਵਾਦ ਨੇ, ਸੁਪਰੀਮ ਕੋਰਟ 'ਚ ਵਿਵਾਦ ਨੇ, ਉਹਨਾਂ ਦੀ ਸਥਿਤੀ ਕੀ ਹੈ। ਤੇ ਸਿੱਖ ਸੰਸਥਾਵਾਂ ਖਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਾਂ ਸਥਾਨਕ ਸਿੱਖ ਕਮੇਟੀਆਂ ਜਿਹੜੀਆਂ ਨੇ ਉਹਨਾਂ ਦੀ ਭੂਮਿਕਾ ਕੀ ਰਹੀ ਹੈ, ਆਪਸ 'ਚ ਕਿਵੇਂ ਉਹਨਾਂ ਨੇ ਆਪਣੇ ਤਾਲਮੇਲ ਦੀ ਕਮੀ ਕਰਕੇ ਕੇਸ ਉਲਝਾਉਣ 'ਚ ਵੀ ਭੂਮਿਕਾ ਅਦਾ ਕੀਤੀ ਹੈ। ਹਾਲਾਂਕਿ ਕੇਸ ਹਾਲ ਦੀ ਘੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਕਮੇਟੀ ਸਬ ਕਮੇਟੀ ਬਣੀ ਹੋਈ ਹੈ ਉਹਦੇ ਵੱਲੋਂ ਜਿਹੜਾ ਹੈਗਾ ਪੁੱਟ ਆਨ ਕੀਤਾ ਜਾ ਰਿਹਾ ਸੀ। ਐਡਵੋਕੇਟ ਬਰਜਿੰਦਰ ਸਿੰਘ ਲੂੰਬਾ ਉਹਨਾਂ ਨਾਲ ਗੱਲ ਕੀਤੀ ਹੈ ਜੋ ਕਿ ਖੁਦ ਇਹਨਾਂ ਸਥਾਨਾਂ ਤੋਂ ਜਾ ਕੇ ਵੀ ਆਏ ਨੇ ਤੇ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਲੜਦੇ ਆ ਰਹੇ ਨੇ। ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਉਂ ਹੀ ਕਰੋਨਾ ਕਾਲ ਖਤਮ ਹੋਏਗਾ, ਦੁਬਾਰਾ ਸੁਣਵਾਈਆਂ ਹੁੰਦੀਆਂ ਨੇ ਤਾਂ ਇਸ ਪੱਖੋਂ ਵੀ ਜਿਹੜਾ ਹੈਗਾ ਇਨਸਾਫ ਜ਼ਰੂਰ ਮਿਲ ਕੇ ਰਹੇਗਾ। ਬਹੁਤ ਸ਼ੁਕਰੀਆ ਲੂੰਬਾ ਸਾਹਿਬ।